सत श्री अकाल। मैं डॉक्टर दविंदर सिंह, सहायक प्रोफैसर पंजाबी विभाग, मुल्तानी मल मोदी कॉलेज पटियाला। प्यारे विद्यार्थियों, अज आपां गल करांगे काव्य दे हेतु विषय दे उत्ते। भारती काव्य शास्त्र दे विच काव्य दे हेतु एक प्रमुख संकल्प है, जिस नूं असीं ये भी कह सकते हाँ कि काव्य दे कारण। काव्य तुहानूं पता ही है, ਸਾਹਿਤ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ। ਕਾਵਿ ਦੇ ਹੇਤੂ ਦਾ ਭਾਵ ਹੈ ਕਿ ਉਹ ਕਿਹੜੇ ਕਾਰਨ ਹੁੰਦੇ ਹਨ ਜਿਨ੍ਹਾਂ ਕਰਕੇ ਕੋਈ ਬੰਦਾ ਕਾਵਿ ਜਾਂ ਸਾਹਿਤ ਦੀ ਸਿਰਜਣਾ ਸ਼ੁਰੂ ਕਰ ਦਿੰਦਾ ਹੈ। ਅੱਜ ਅਸੀਂ ਇਸ ਹੀ ਵਿਸ਼ੇ 'ਤੇ ਗੱਲ ਕਰਾਂਗੇ। ਕਾਵਿ ਦੇ ਹੇਤੂ ਨੂੰ ਸੌਖਿਆਂ ਸਮਝਣ ਲਈ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਕਾਵਿ ਦੇ ਕਾਰਨ, ਵੀ ਕਾਵਿ ਪੈਦਾ ਹੋਣ ਦੇ ਕਾਰਨ ਕਿਹੜੇ ਹੁੰਦੇ ਹਨ। ਭਾਵ ਜਿਨ੍ਹਾਂ ਕਰਕੇ ਕਾਵਿ ਪੈਦਾ ਹੁੰਦਾ ਹੈ ਜਾਂ ਸਿਰਜਿਆ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਦੇ ਸ਼ਬਦੀ ਅਰਥ ਵੱਲ। ਭਾਰਤੀ ਕਾਵਿ ਸ਼ਾਸਤਰ ਵਿੱਚ ਕਾਵਿ ਦੇ ਪ੍ਰੇਰਕ, ਉਤਪਾਦਕ ਜਾਂ ਮੂਲਭੂਤ ਸਾਧਨਾਂ, ਕਾਰਨਾਂ ਜਾਂ ਤੱਤਾਂ ਲਈ ਕਾਵਿ ਹੇਤੂ ਪਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਪ੍ਰੇਰਕ, ਉਤਪਾਦਕ, ਮੂਲ, ਸਾਧਨ, ਕਾਰਨ, ਇਹ ਸਾਰੇ ਸਮਾਨਾਰਥੀ ਸ਼ਬਦ ਨੇ ਜੋ ਕਾਵਿ ਹੇਤੂ ਸ਼ਬਦ ਲਈ ਵੱਖ-ਵੱਖ ਆਚਾਰੀਆਂ ਵੱਲੋਂ ਵਰਤੇ ਗਏ ਨੇ। ਵੱਖ-ਵੱਖ ਆਚਾਰੀਆਂ ਨੇ ਕਾਵਿ ਦੇ ਕਾਰਨਾਂ ਲਈ ਕਾਵਿ ਅੰਗ, ਕਾਵਿ ਮਾਤਾਵਾਂ ਅਤੇ ਰਾਜਸ਼ੇਖਰ ਨੇ ਪਦ ਦੀ ਵਰਤੋਂ ਵੀ ਕੀਤੀ ਹੈ। ਬਾਕੀ ਆਚਾਰੀਆਂ ਨੇ ਕਾਵਿ ਦੇ ਇਸ ਅੰਗ ਨੂੰ ਕਾਵਿ ਹੇਤੂ ਹੀ ਕਿਹਾ ਹੈ। ਅਤੇ ਜਿਹੜਾ ਸਭ ਤੋਂ ਪ੍ਰਮੁੱਖ ਸ਼ਬਦ ਚੱਲਦਾ ਹੈ ਤਾਂ ਉਹ ਕਾਵਿ ਹੇਤੂ ਹੀ ਹੈ। ਕਾਵਿ ਦੇ ਕਾਰਨਾਂ ਲਈ ਜੋ ਸ਼ਬਦ ਪ੍ਰਚਲਿਤ ਹੈ। ਪ੍ਰਾਚੀਨ ਸਮੇਂ ਤੋਂ ਹੀ ਵੱਖ-ਵੱਖ ਆਚਾਰੀਆਂ ਨੇ ਕਾਵਿ ਦੇ ਇਸ ਅੰਗ ਦੀ ਵਿਆਖਿਆ ਕੀਤੀ ਹੈ। ਸਭ ਤੋਂ ਪਹਿਲਾਂ ਇਹ ਸਵਾਲ ਆਉਂਦਾ ਹੈ ਕਿ ਕਵੀ ਸਧਾਰਨ ਵਿਅਕਤੀ ਹੁੰਦੇ ਹੋਏ ਵੀ ਅਸਧਾਰਨ ਸਾਹਿਤ ਦੀ ਰਚਨਾ ਸਹਿਜ ਰੂਪ 'ਚ ਕਿਵੇਂ ਕਰ ਲੈਂਦਾ ਹੈ? ਉਹ ਸਿਰਜਣਹਾਰਾ ਜਾਂ ਰਚਨਹਾਰਾ ਕਿਵੇਂ ਬਣ ਜਾਂਦਾ ਹੈ? ਭਾਵ ਕਵੀ ਕੋਲੇ ਅਜਿਹਾ ਕੀ ਹੁੰਦਾ ਹੈ ਜਿਸ ਕਰਕੇ ਉਹ ਕਾਵਿ ਰਚਨਾ ਦੇ ਕਾਬਲ ਬਣ ਜਾਂਦਾ ਹੈ ਜਾਂ ਸਿਰਜਣਹਾਰਾ ਬਣ ਜਾਂਦਾ ਹੈ। ਇਸ ਗੱਲ 'ਤੇ ਵੱਖ-ਵੱਖ ਆਚਾਰੀਆਂ ਨੇ ਆਪਣੇ ਵਿਚਾਰ ਕੀਤੇ ਨੇ। ਅਤੇ ਸਭ ਤੋਂ ਪਹਿਲਾਂ ਅਸੀਂ ਇਸੇ ਗੱਲ 'ਤੇ ਵਿਚਾਰ ਕਰਾਂਗੇ ਕਿ ਵੱਖ-ਵੱਖ ਆਚਾਰੀਆਂ ਨੇ ਕਾਵਿ ਦੇ ਹੇਤੂ ਸੰਬੰਧੀ ਆਪਣੇ ਕੀ ਵਿਚਾਰ ਦਿੱਤੇ ਨੇ। ਆਚਾਰੀਆ ਭਾਮੇ ਨੇ ਕਿਹਾ ਕਿ ਕਵੀ ਬਿਰਲੇ ਹੀ ਬੰਦੇ ਹੁੰਦੇ ਹਨ, ਕਿਉਂਕਿ ਕਾਵਿ ਇੱਕ ਅਜਿਹੀ ਸ਼ੈ ਹੈ ਜੋ ਸਦਾ ਨਹੀਂ ਬਣਿਆ ਕਰਦੀ, ਸਗੋਂ ਕਦੇ-ਕਦੇ ਹੀ ਪ੍ਰਗਟ ਹੁੰਦੀ ਹੈ। ਅਤੇ ਹਰ ਜਣਾ ਖਣਾ ਜਾਂ ਹਰ ਕੋਈ ਕਾਵਿ ਰਚਨਾ ਨਹੀਂ ਕਰ ਸਕਦਾ, ਸਗੋਂ ਉਹੀ ਕਾਵਿ ਰਚਨਾ ਕਰ ਸਕਦਾ ਜਿਸ ਵਿੱਚ ਪ੍ਰਤਿਭਾ ਹੁੰਦੀ ਹੈ। ਅਤੇ ਇੱਥੇ ਆਚਾਰੀਆ ਭਾਮੇ ਕਹਿ ਰਹੇ ਨੇ ਵੀ ਪ੍ਰਤਿਭਾ ਉਹ ਹੇਤੂ ਹੈ ਜਿਸ ਕਰਕੇ ਕਾਵਿ ਰਚਨਾ ਕਰਨ ਦੇ ਕੋਈ ਕਵੀ ਕਾਬਲ ਬਣਦਾ। ਮਤਲਬ ਪ੍ਰਤਿਭਾ ਨੂੰ ਉਹ ਪ੍ਰਮੁੱਖਤਾ ਦਿੰਦੇ ਨੇ। ਇਸੇ ਤਰ੍ਹਾਂ ਆਚਾਰੀਆ ਦੰਡੀ ਦਾ ਵਿਚਾਰ ਹੈ ਉਹਨਾਂ ਦੇ ਸ਼ਬਦਾਂ ਵਿੱਚ ਕਿ ਕਾਵਿ ਦਾ ਨਿਰਮਾਣ ਸਹਿਜ ਸੁਭਾਅ ਪ੍ਰਗਟ ਹੋਈ ਪ੍ਰਤਿਭਾ ਅਤੇ ਲਗਾਤਾਰ ਅਭਿਆਸ ਕਾਵਿ ਦਾ ਨਿਰਮਾਣ ਸਹਿਜ ਸੁਭਾਅ ਪ੍ਰਗਟ ਹੋਈ ਪ੍ਰਤਿਭਾ, ਵਿਉਤਪਤੀ ਅਤੇ ਲਗਾਤਾਰ ਅਭਿਆਸ ਤਿੰਨਾਂ 'ਤੇ ਨਿਰਭਰ ਹੈ। ਪ੍ਰਤਿਭਾ, ਵਿਉਤਪਤੀ ਅਤੇ ਅਭਿਆਸ, ਇਹ ਤਿੰਨ ਕਾਰਨ ਨੇ ਜਿਨ੍ਹਾਂ ਕਰਕੇ ਕਾਵਿ ਪੈਦਾ ਹੁੰਦਾ। ਇਹਨਾਂ ਬਾਰੇ ਅਸੀਂ ਚਰਚਾ ਵੀ ਪ੍ਰਤਿਭਾ, ਵਿਉਤਪਤੀ ਅਤੇ ਅਭਿਆਸ ਕੀ ਨੇ ਬਾਅਦ 'ਚ ਕਰਾਂਗੇ। ਪਰ ਪਹਿਲਾਂ ਅਸੀਂ ਵੱਖ-ਵੱਖ ਆਚਾਰੀਆਂ ਦੇ ਇਹੀ ਵਿਚਾਰ ਜਾਣਾਂਗੇ ਵੀ ਕਿਸ ਆਚਾਰੀਆਂ ਨੇ ਕਿਸ ਚੀਜ਼ ਨੂੰ ਕਾਵਿ ਦਾ ਹੇਤੂ ਜਾਂ ਕਾਵਿ ਦਾ ਕਾਰਨ ਮੰਨਿਆ ਹੈ। ਉਸ ਤੋਂ ਬਾਅਦ ਆਚਾਰੀਆ ਬਾਮਨ ਦਾ ਵਿਚਾਰ ਹੈ। ਆਚਾਰੀਆ ਬਾਮਨ ਨੇ ਕਿਹਾ ਹੈ ਕਿ ਲੋਕ, ਵਿੱਦਿਆ ਅਤੇ ਪ੍ਰਕੀਰਣ, ਇਹ ਜਿਹੜੇ ਤਿੰਨੋਂ ਨੇ ਇਹ ਕਾਵਿ ਦੇ ਹੇਤੂ ਨੇ। ਹੁਣ ਇੱਥੇ ਅਸੀਂ ਇਸ ਸ਼ਬਦ ਨੂੰ ਥੋੜ੍ਹਾ ਜਿਹਾ ਖੋਲ੍ਹ ਲਈਏ ਵੀ ਲੋਕ ਤੋਂ ਉਹਨਾਂ ਦਾ ਕੀ ਭਾਵ ਹੈ।
ਲੋਕ ਦਾ ਅਰਥ ਹੈ ਲੋਕਾਂ ਦਾ ਕਾਰ ਵਿਹਾਰ, ਭਾਵ ਆਮ ਲੋਕ ਕਿਵੇਂ ਆਪਣਾ ਜੀਵਨ ਜਿਉਂਦੇ ਆ। ਤੇ ਵਿਦਿਆ ਦਾ ਭਾਵ ਹੈ ਭਾਸ਼ਾ ਵਿਗਿਆਨ, ਕੋਸ਼, ਛੰਦ ਸ਼ਾਸਤਰ, ਦੰਡ ਨੀਤੀ ਆਦਿ, ਜਿਸ ਤਰ੍ਹਾਂ ਦਾ ਗਿਆਨ ਬੰਦਾ ਹਾਸਲ ਕਰਦਾ ਵਿਦਿਆ ਦੇ ਰਾਹੀਂ। ਤੇ ਪ੍ਰਕੀਰਣ ਦਾ ਅਰਥ ਹੈ ਕਾਵ ਕਿਰਤਾਂ ਨਾਲ ਜਾਣ ਪਛਾਣ, ਲਗਨ, ਉਸਤਾਦ ਲੋਕਾਂ ਦੀ ਸੇਵਾ, ਸ਼ਬਦ ਚੋਣ ਦੀ ਪ੍ਰਤਿਭਾ। ਇਹ ਤਿੰਨੇ ਉਹਨਾਂ ਨੇ ਕਾਵ ਦੇ ਹੇਤੂ ਮੰਨੇ ਨੇ ਆਚਾਰੀਆ ਵਾਮਨ ਨੇ। ਤੇ ਇਹਨਾਂ ਤਿੰਨਾਂ ਦੇ ਵਿੱਚ ਦੋ ਦੇ ਵਿੱਚ ਪ੍ਰਵੀਨ ਹੋ ਕੇ ਤੇ ਤਿੰਨਾਂ ਦੇ ਬਾਰੇ ਜਾਣਕਾਰੀ ਹਾਸਲ ਕਰਕੇ ਹੀ ਕੋਈ ਕਾਵ ਸਿਰਜਣ ਦੇ ਕਾਬਲ ਬਣਦਾ। ਉਸ ਤੋਂ ਬਾਅਦ ਆਚਾਰੀਆ ਰੁਦਰਟ ਦਾ ਵਿਚਾਰ ਹੈ ਕਿ ਸ਼ਕਤੀ, ਵਿਉਤਪਤੀ ਤੇ ਅਭਿਆਸ ਇਹ ਤਿੰਨੋਂ ਕਾਵ ਦੇ ਹੇਤੂ ਨੇ। ਆਚਾਰੀਆ ਰੁਦਰਟ ਦਾ ਸ਼ਕਤੀ ਤੋਂ ਭਾਵ ਪ੍ਰਤਿਭਾ ਹੀ ਹੈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਆਚਾਰੀਆ ਰੁਦਰਟ ਨੇ ਪ੍ਰਤਿਭਾ ਨੂੰ ਸ਼ਕਤੀ ਕਿਹਾ ਹੈ। ਤੇ ਬਾਕੀ ਵਿਉਤਪਤੀ ਤੇ ਅਭਿਆਸ ਹੈ, ਜੋ ਬਾਕੀ ਆਚਾਰੀਆਂ ਨੇ ਵੀ ਇਸ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਆਚਾਰੀਆ ਮੰਮਟ ਆਉਂਦੇ ਨੇ। ਆਚਾਰੀਆ ਮੰਮਟ ਨੇ ਪ੍ਰਤਿਭਾ ਜਾਂ ਸ਼ਕਤੀ ਤੇ ਨਿਪੁੰਨਤਾ ਜਾਂ ਵਿਉਤਪਤੀ, ਤੇ ਇਹ ਤਿੰਨਾਂ ਨੂੰ ਕਾਵ ਦੇ ਹੇਤੂ ਮੰਨਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰਤਿਭਾ ਅਤੇ ਦੂਜਾ ਵਿਉਤਪਤੀ ਤੇ ਤੀਜਾ ਅਭਿਆਸ, ਤੇ ਇਹ ਤਿੰਨੋਂ ਬੁਨਿਆਦੀ ਹੇਤੂ ਹਨ ਜਾਂ ਬੁਨਿਆਦੀ ਕਾਰਨ ਹਨ ਜਿਨ੍ਹਾਂ ਕਰਕੇ ਕਾਵ ਹੋਣ ਦੇ ਵਿੱਚ ਆਉਂਦਾ ਹੈ। ਪ੍ਰਤਿਭਾ, ਵਿਉਤਪਤੀ ਅਤੇ ਅਭਿਆਸ। ਵੱਖ-ਵੱਖ ਆਚਾਰੀਆਂ ਨੇ ਇਹਨਾਂ ਤਿੰਨਾਂ ਨੂੰ ਹੀ ਕਾਵ ਦੇ ਹੇਤੂ ਮੰਨਿਆ ਹੈ। ਤੇ ਹੁਣ ਅਸੀਂ ਗੱਲ ਕਰਾਂਗੇ ਵੀ ਇਹ ਪ੍ਰਤਿਭਾ ਕੀ ਹੈ ਤੇ ਕਿਸ ਚੀਜ਼ ਨੂੰ ਆਚਾਰੀਆਂ ਨੇ ਪ੍ਰਤਿਭਾ ਦਾ ਨਾਂ ਦਿੱਤਾ ਹੈ। ਭਾਵੇਂ ਕਿ ਆਪਾਂ ਸਧਾਰਨ ਤੌਰ 'ਤੇ ਵੀ ਜਾਣਦੇ ਹਾਂ ਕਿ ਪ੍ਰਤਿਭਾ ਕੀ ਹੈ। ਪ੍ਰਤਿਭਾ ਕੀ ਹੈ ਤੇ ਕਵੀ 'ਚ ਕਿਵੇਂ ਆਉਂਦੀ ਹੈ, ਇਸ ਬਾਰੇ ਆਚਾਰੀਆਂ ਨੇ ਬੜੀ ਸੂਖਮਤਾ ਨਾਲ ਵਿਚਾਰ ਕੀਤਾ ਹੈ। ਤੇ ਭਾਵੇਂ ਜਨਰਲੀ ਆਪਾਂ ਕਹਿ ਸਕਦੇ ਹਾਂ ਵੀ ਪ੍ਰਤਿਭਾ ਇੱਕ ਪ੍ਰਕਾਰ ਦੀ ਬੁੱਧੀ ਹੀ ਹੈ, ਜਿਹਨੂੰ ਟੈਲੈਂਟ ਵੀ ਕਹਿ ਸਕਦੇ ਹਾਂ, ਆਪਾਂ ਕਲਾ ਕਹਿ ਸਕਦੇ ਹਾਂ, ਤੇ ਆਚਾਰੀਆਂ ਨੇ ਉਸਨੂੰ ਪ੍ਰਤਿਭਾ ਕਿਹਾ। ਸਭ ਤੋਂ ਪਹਿਲਾਂ ਆਚਾਰੀਆ ਭੱਟ ਤੌਤ ਦਾ ਇਸ ਬਾਰੇ ਵਿਚਾਰ ਹੈ ਕਿ ਪ੍ਰਤਿਭਾ ਕੀ ਹੈ। ਨਵਾਂ ਉਨਮੇਸ਼, ਉਨਮੇਸ਼ ਦਾ ਭਾਵ ਹੈ ਚਾਨਣ, ਨਵਾਂ ਉਨਮੇਸ਼ ਕਰਨ ਵਾਲੀ ਪ੍ਰਗਿਆ, ਪ੍ਰਗਿਆ ਤੋਂ ਭਾਵ ਹੈ ਬੁੱਧੀ, ਨਵਾਂ ਉਨਮੇਸ਼ ਕਰਨ ਵਾਲੀ ਪ੍ਰਗਿਆ ਹੀ ਪ੍ਰਤਿਭਾ ਹੈ। ਮੰਮਟ ਨੇ ਪ੍ਰਤਿਭਾ ਨੂੰ ਸ਼ਕਤੀ ਕਿਹਾ ਹੈ। ਉਹਨਾਂ ਅਨੁਸਾਰ ਸਾਹਿਤ ਦੇ ਬੀਜ ਰੂਪ ਸੰਸਕਾਰ ਨੂੰ ਸ਼ਕਤੀ ਕਿਹਾ ਜਾਂਦਾ ਹੈ, ਵੀ ਜੋ ਕੁਦਰਤੀ ਤੌਰ 'ਤੇ ਤੁਹਾਡੇ ਅੰਦਰ ਸਾਹਿਤ ਲਿਖਣ ਦੇ ਬੀਜ ਪਏ ਹੁੰਦੇ ਹਨ, ਉਹੀ ਪ੍ਰਤਿਭਾ ਹੈ। ਮਤਲਬ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਉਸ ਬੰਦੇ 'ਚ ਇਹ ਕਲਾ ਹੈ ਇਹ ਸਿਰਜਣ ਦੀ, ਉਸ ਨੂੰ ਪ੍ਰਤਿਭਾ ਕਹਿ ਸਕਦੇ ਹਾਂ। ਤੇ ਮੰਮਟ ਨੇ ਪ੍ਰਤਿਭਾ ਨੂੰ ਸ਼ਕਤੀ ਕਿਹਾ ਹੈ, ਤੇ ਉਹਨਾਂ ਨੇ ਸਾਹਿਤ ਦੇ ਬੀਜ ਰੂਪ ਸੰਸਕਾਰ ਨੂੰ ਸ਼ਕਤੀ ਕਿਹਾ ਹੈ, ਵੀ ਜਿਹੜਾ ਬੰਦੇ ਦੇ ਵਿੱਚ ਕੁਦਰਤੀ ਤੌਰ 'ਤੇ ਹੀ ਹੁੰਦਾ ਹੈ। ਇਸ ਤੋਂ ਬਾਅਦ ਅਭਿਨਵ ਗੁਪਤ ਦਾ ਵਿਚਾਰ ਹੈ ਪ੍ਰਤਿਭਾ ਬਾਰੇ। ਪ੍ਰਤਿਭਾ ਇੱਕ ਖਾਸ ਕਿਸਮ ਦੀ ਬੁੱਧੀ ਹੈ ਜਿਸ ਵਿੱਚ ਅਨੁਪਮ ਰਚਨਾ ਰਚਣ ਦੀ ਸਮਰੱਥਾ ਹੈ। ਪ੍ਰਤਿਭਾ ਕੀ ਹੈ? ਇੱਕ ਬੁੱਧੀ ਹੈ, ਇੱਕ ਇੰਟੈਲੀਜੈਂਸ ਹੈ, ਕ੍ਰੀਏਟੀਵਿਟੀ ਜਿਸ ਦੇ ਵਿੱਚ ਹੁੰਦੀ ਹੈ। ਤੇ ਪੱਛਮ ਦੇ ਵਿਦਵਾਨਾਂ ਨੇ ਵੀ ਇਮੈਜੀਨੇਸ਼ਨ ਜਾਂ ਇੰਟਿਊਸ਼ਨ ਜਿਸ ਸ਼ਬਦ ਲਈ ਵਰਤਿਆ ਹੈ, ਉਹੀ ਭਾਰਤ ਦੇ ਵਿੱਚ ਪ੍ਰਤਿਭਾ ਹੈ। ਤੇ ਇਸ ਤੋਂ ਬਿਨਾਂ ਮੰਮਟ ਨੇ ਪ੍ਰਤਿਭਾ ਬਾਰੇ ਇੱਕ ਹੋਰ ਕਿਹਾ ਕਿ ਮੰਮਟ ਅਨੁਸਾਰ ਪ੍ਰਤਿਭਾ ਤੋਂ ਬਗੈਰ ਕਾਵਿ ਰਚਨਾ ਹੋ ਹੀ ਨਹੀਂ ਸਕਦੀ, ਜੇ ਹੋਵੇਗੀ ਤਾਂ ਹਾਸੋਹੀਣੀ ਹੋਵੇਗੀ। ਇਸ ਤੋਂ ਬਿਨਾਂ ਪ੍ਰਤਿਭਾ ਬਾਰੇ ਅਗਨੀ ਪੁਰਾਣ ਦਾ ਜਿਹੜਾ ਰਚਇਤਾ ਹੈ ਉਸ ਦਾ ਕਥਨ ਹੈ ਕਿ ਕਵਿਤਾ ਕਰਨ ਦੀ ਸਮਰੱਥਾ ਸਿਰਫ ਪ੍ਰਤਿਭਾ ਤੋਂ ਆਉਂਦੀ ਹੈ। ਇਸ ਸੰਸਾਰ 'ਚ ਪਹਿਲਾਂ ਤਾਂ ਮਨੁੱਖ
ਦਾ ਸਰੀਰ ਮਿਲਣਾ ਹੀ ਔਖਾ ਹੈ। ਜੇ ਸਰੀਰ ਮਿਲ ਵੀ ਜਾਵੇ ਤਾਂ ਕਵਿਤਵ ਦੀ ਪ੍ਰਾਪਤੀ ਔਖੀ ਹੁੰਦੀ ਹੈ। ਕਦੇ ਕਦੇ ਕਵਿਤਵ ਦੇ ਹੋਣ 'ਤੇ ਵੀ ਸ਼ਕਤੀ ਜਾਂ ਪ੍ਰਤਿਭਾ ਦੀ ਹੋਂਦ ਅਤੀ ਦੁਰਲੱਭ ਹੈ। ਭਾਵ ਪ੍ਰਤਿਭਾ ਹਰ ਕਿਸੇ ਵਿੱਚ ਨਹੀਂ ਹੁੰਦੀ। ਪ੍ਰਤਿਭਾ ਬਹੁਤ ਹੀ ਘੱਟ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਅਤੇ ਇਹ ਕੁਦਰਤੀ ਹੁੰਦੀ ਹੈ। ਉਸ ਤੋਂ ਬਾਅਦ ਆਚਾਰੀਆ ਕੁੰਤਕ ਦਾ ਵਿਚਾਰ ਹੈ ਕਿ ਪ੍ਰਤਿਭਾ ਸਿਰਫ ਪਹਿਲੇ ਜਨਮ ਦੇ ਸੰਸਕਾਰਾਂ ਕਰਕੇ ਹੀ ਉਦਭਾਵਿਤ ਨਹੀਂ ਹੁੰਦੀ, ਬਲਕਿ ਇਸ ਦਾ ਵਿਕਾਸ ਤਾਂ ਪਹਿਲੇ ਅਤੇ ਇਸ ਜਨਮ ਦੇ ਸੰਸਕਾਰਾਂ ਨਾਲ ਹੀ ਹੁੰਦਾ ਹੈ। ਇੱਥੇ ਆਚਾਰੀਆ ਇਸ ਗੱਲ 'ਤੇ ਜ਼ੋਰ ਦੇ ਰਹੇ ਨੇ ਕਿ ਭਾਵੇਂ ਪ੍ਰਤਿਭਾ ਜੋ ਹੈ ਜਨਮਜਾਤ ਹੁੰਦੀ ਹੈ, ਪਰ ਉਸ ਨੂੰ ਲਿਸ਼ਕਾਇਆ ਜਾਂ ਉਸ ਨੂੰ ਨਿਖਾਰਿਆ ਇਸ ਜਨਮ ਦੇ ਕਰਮਾਂ ਨਾਲ ਵੀ ਜਾ ਸਕਦਾ ਹੈ। ਭਾਵ ਜੋ ਤੁਹਾਡੇ ਵਿੱਚ ਕੁਦਰਤੀ ਤੌਰ 'ਤੇ ਕਲਾ ਹੈ, ਉਸ ਨੂੰ ਤੁਸੀਂ ਹੋਰ ਪੜ੍ਹ ਕੇ, ਹੋਰ ਅਭਿਆਸ ਦੁਆਰਾ, ਹੋਰ ਉਸ ਖੇਤਰ ਦੇ ਵਿਦਵਾਨਾਂ ਦੀ ਸੇਵਾ ਕਰਕੇ ਜਾਂ ਗੁਰੂਆਂ ਦੀ ਸੇਵਾ ਕਰਕੇ ਤੁਸੀਂ ਉਸ ਪ੍ਰਤਿਭਾ ਨੂੰ ਹੋਰ ਨਿਖਾਰ ਸਕਦੇ ਹੋ। ਇਸ ਤੋਂ ਬਾਅਦ ਰਾਜਸ਼ੇਖਰ ਅਨੁਸਾਰ ਕਵੀ ਪ੍ਰਤਿਭਾ ਦੀ ਸ਼ਕਤੀ ਦੁਆਰਾ ਅਪ੍ਰਤੱਖ ਨੂੰ ਵੀ ਪ੍ਰਤੱਖ ਵਾਂਗ ਦੇਖਣ ਲੱਗ ਜਾਂਦਾ ਹੈ। ਪ੍ਰਤਿਭਾ ਤੋਂ ਰਹਿਤ ਕਵੀ ਲਈ ਪ੍ਰਤੱਖ ਦਿਖਾਈ ਦੇਣ ਵਾਲੇ ਪਦਾਰਥ ਵੀ ਪਰੋਕਸ਼ ਜਾਂ ਅਦ੍ਰਿਸ਼ਟ ਅਤੇ ਪ੍ਰਤਿਭਾ ਵਾਲੇ ਕਵੀ ਲਈ ਪਰੋਕਸ਼ ਵੀ ਪ੍ਰਤੱਖ ਹੁੰਦੇ ਹਨ। ਜਦੋਂ ਅਸੀਂ ਕਿਸੇ ਰਚਨਾ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਕਵੀ ਬਹੁਤ ਸਾਰੀਆਂ ਚੀਜ਼ਾਂ ਦੇ ਹਵਾਲੇ ਦਿੰਦਾ, ਬਹੁਤ ਥਾਵਾਂ ਦਾ ਜ਼ਿਕਰ ਕਰਦਾ ਜਿਨ੍ਹਾਂ 'ਤੇ ਜ਼ਰੂਰੀ ਨਹੀਂ ਉਹ ਕਦੇ ਗਿਆ ਹੋਵੇ, ਅਤੇ ਜੇਕਰ ਉਹ ਸਾਰਾ ਕੁਛ ਸਿਰਜਣ ਦੇ ਸਮਰੱਥ ਹੁੰਦਾ ਤਾਂ ਉਹ ਇੱਕੋ ਹੀ ਕਾਰਨ ਹੁੰਦਾ ਕਿ ਉਸ ਕੋਲੇ ਪ੍ਰਤਿਭਾ ਹੁੰਦੀ ਹੈ। ਇਹਨਾਂ ਆਚਾਰੀਆਂ ਦੇ ਅਨੁਸਾਰ ਪ੍ਰਤਿਭਾ ਜੋ ਹੈ ਕਾਵਿ ਦਾ ਮੂਲ ਹੇਤੂ ਹੈ। ਇਸ ਤੋਂ ਬਿਨਾਂ ਰਾਜਸ਼ੇਖਰ ਅਨੁਸਾਰ ਜਿਹੜੀ ਵਿਸ਼ੇਸ਼ ਪ੍ਰਕਾਰ ਦੀ ਬੁੱਧੀ ਹੈ ਉਹੀ ਪ੍ਰਤਿਭਾ ਹੈ। ਵਿਸ਼ੇਸ਼ ਪ੍ਰਕਾਰ ਦੀ ਬੁੱਧੀ ਨੂੰ ਹੀ ਪ੍ਰਤਿਭਾ ਉਹਨਾਂ ਨੇ ਕਿਹਾ ਹੈ। ਅਤੇ ਰਾਜਸ਼ੇਖਰ ਨੇ ਬੁੱਧੀ ਦੇ ਵੀ 3 ਭੇਦ ਕੀਤੇ ਹਨ ਅਤੇ ਇਹਨਾਂ ਦੇ ਵਿੱਚ ਉਹਨਾਂ ਨੇ ਨਾਮ ਦਿੱਤੇ ਹਨ ਸਮ੍ਰਿਤੀ, ਮਤੀ ਅਤੇ ਪ੍ਰਗਿਆ। ਸਮ੍ਰਿਤੀ ਤੋਂ ਭਾਵ ਹੈ ਵਰਤਮਾਨ ਅਰਥ ਦਾ ਗਿਆਨ ਕਰਾਉਣ ਵਾਲੀ ਬੁੱਧੀ, ਵੀ ਜੋ ਸਾਨੂੰ ਮੌਜੂਦਾ ਜਾਂ ਹੁਣ ਦੇ ਸਮੇਂ ਦਾ ਅਰਥ ਦਾ ਗਿਆਨ ਕਰਾਉਣ ਵਾਲੀ ਬੁੱਧੀ ਜੋ ਹੈ ਉਹਨਾਂ ਨੂੰ ਉਸਨੇ ਸਮ੍ਰਿਤੀ ਕਿਹਾ ਹੈ। ਅਤੇ ਮਤੀ ਤੋਂ ਭਾਵ ਹੈ ਸਮ੍ਰਿਤੀ ਤੋਂ ਭਾਵ ਹੈ ਭੂਤਕਾਲ ਦਾ ਅਰਥ ਦਾ ਗਿਆਨ ਕਰਾਉਣ ਵਾਲੀ ਬੁੱਧੀ, ਅਤੇ ਮਤੀ ਤੋਂ ਭਾਵ ਹੈ ਵਰਤਮਾਨ ਦੇ ਅਰਥ ਦਾ ਗਿਆਨ ਕਰਾਉਣ ਵਾਲੀ ਬੁੱਧੀ, ਅਤੇ ਪ੍ਰਗਿਆ ਤੋਂ ਭਾਵ ਹੈ ਆਉਣ ਵਾਲੇ ਅਰਥ ਦਾ ਦਰਸ਼ਨ ਕਰਾਉਣ ਵਾਲੀ ਬੁੱਧੀ। ਇਸ ਤਰ੍ਹਾਂ ਆਚਾਰੀਆ ਰਾਜਸ਼ੇਖਰ ਨੇ ਪ੍ਰਤਿਭਾ ਨੂੰ ਵਿਸ਼ੇਸ਼ ਪ੍ਰਕਾਰ ਦੀ ਬੁੱਧੀ ਕਿਹਾ ਅਤੇ ਬੁੱਧੀ ਦੇ ਉਹਨਾਂ ਨੇ 3 ਭੇਦ ਕੀਤੇ ਹਨ, ਸਮ੍ਰਿਤੀ, ਮਤੀ ਅਤੇ ਪ੍ਰਗਿਆ। ਜਿਵੇਂ ਕਿ ਆਪਾਂ ਨੇ ਪਹਿਲਾਂ ਪੜ੍ਹ ਹੀ ਲਿਆ ਵੀ ਸਮ੍ਰਿਤੀ ਭੂਤਕਾਲੀ ਅਰਥ ਦਾ ਗਿਆਨ ਕਰਾਉਣ ਵਾਲੀ, ਅਤੇ ਮਤੀ ਵਰਤਮਾਨ ਦਾ ਅਰਥ ਦਾ ਗਿਆਨ ਕਰਾਉਣ ਵਾਲੀ, ਪ੍ਰਗਿਆ ਆਉਣ ਵਾਲੇ ਅਰਥ ਦਾ ਦਰਸ਼ਨ ਕਰਾਉਣ ਵਾਲੀ। ਅਤੇ ਇਸ ਤੋਂ ਬਿਨਾਂ ਪ੍ਰਤਿਭਾ ਨੇ ਆਚਾਰੀਆ ਰੁਦਰਟ ਨੇ ਪ੍ਰਤਿਭਾ ਦੇ 2 ਭੇਦ ਵੀ ਦੱਸੇ ਹਨ ਅਤੇ ਉਹਨਾਂ ਅਨੁਸਾਰ ਪ੍ਰਤਿਭਾ ਜੋ ਹੈ 2 ਪ੍ਰਕਾਰ ਦੀ ਹੁੰਦੀ ਹੈ, ਸਹਿਜਾ ਅਤੇ ਉਤਪਾਦਿਆ। ਸਹਿਜਾ ਤੋਂ ਭਾਵ ਹੈ ਜਨਮਜਾਤ ਸੰਸਕਾਰਾਂ ਤੋਂ ਪ੍ਰਾਪਤ। ਜਿਵੇਂ ਆਪਾਂ ਕਈ ਵਾਰੀ ਕਿਸੇ ਲੇਖਕ ਨੂੰ, ਕਲਾਕਾਰ ਨੂੰ ਕਹਿ ਦਿੰਦੇ ਹਾਂ ਵੀ ਉਹਨੇ ਕਿਤੋਂ ਕੁਛ ਨਹੀਂ ਸਿੱਖਿਆ ਹੈਗਾ, ਕੁਦਰਤੀ ਤੌਰ 'ਤੇ ਉਹਦੇ ਵਿੱਚ ਇਹ ਕਲਾ ਹੈ, ਤਾਂ ਜਿਹੜੀ ਇਸ ਤਰ੍ਹਾਂ ਦੀ ਪ੍ਰਤਿਭਾ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਸਹਿਜਾ, ਜੋ ਜਨਮ ਤੋਂ ਹੀ ਬੰਦੇ ਨੂੰ ਪ੍ਰਾਪਤ ਹੋ ਜਾਂਦੀ ਹੈ। ਅਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਆਪਾਂ ਨੂੰ ਮਿਲਣਗੇ ਜਿਨ੍ਹਾਂ ਬਾਰੇ ਆਪਾਂ ਨੂੰ ਕਿਹਾ ਜਾਂਦਾ ਵੀ ਉਹਨਾਂ ਨੇ ਇਹ ਸਿਰਜਣ ਦੀ ਕਲਾ ਕਿਸੇ ਨੂੰ ਗੁਰੂ ਨਹੀਂ ਧਾਰਿਆ ਜਾਂ ਕਿਸੇ ਤੋਂ ਵਿਸ਼ੇਸ਼ ਸਿਖਲਾਈ ਉਹਨਾਂ ਨੇ ਲਈ, ਪਰ ਉਹ ਆਪਣੇ ਲੇਖਣ ਦੇ ਵਿੱਚ ਬੜੇ ਮਾਹਿਰ ਨੇ। ਇਸ ਤੋਂ ਬਿਨਾਂ ਦੂਸਰਾ ਜੋ ਭੇਦ ਉਹਨਾਂ ਨੇ ਦੱਸਿਆ ਉਹ ਹੈ ਉਤਪਾਦਿਆ। ਉਤਪਾਦਿਆ ਕਿਹਾ ਜਾਂਦਾ ਵਿਉਤਪੱਤੀ ਅਤੇ ਅਭਿਆਸ ਤੋਂ ਪੈਦਾ ਹੋਣ ਵਾਲੀ ਪ੍ਰਤਿਭਾ। ਵਿਉਤਪੱਤੀ ਅਤੇ ਅਭਿਆਸ ਬਾਰੇ ਆਪਾਂ ਅੱਗੇ ਚਰਚਾ ਕਰਾਂਗੇ। ਅਤੇ ਇਹ ਸਮਝ ਲਓ ਵੀ ਕਿਸੇ ਤੋਂ ਸਿੱਖ ਕੇ ਜਾਂ ਕਿਸੇ ਤੋਂ ਜਾਣ ਕੇ ਜਾਂ ਕਿਤਾਬਾਂ ਪੜ੍ਹ ਕੇ ਜਾਂ ਬਾਰ-ਬਾਰ ਅਭਿਆਸ ਕਰਨ ਨਾਲ ਜੋ ਪ੍ਰਤਿਭਾ ਤੁਹਾਡੇ 'ਚ ਪੈਦਾ ਹੁੰਦੀ ਹੈ ਉਸ ਨੂੰ ਉਤਪਾਦਿਆ ਪ੍ਰਤਿਭਾ ਆਚਾਰੀਆ ਰੁਦਰਟ ਨੇ ਕਿਹਾ ਹੈ। ਉਸ ਤੋਂ ਬਾਅਦ ਕਾਵਿ ਦੇ ਹੇਤੂਆਂ ਦੇ ਵਿੱਚ ਜਿਹੜਾ ਦੂਸਰਾ ਪ੍ਰਮੁੱਖ ਤੱਤ ਆਉਂਦਾ ਹੈ ਉਹ ਹੈ ਵਿਉਤਪੱਤੀ।
ਵਿਉਤਪੱਤੀ ਨੂੰ ਆਚਾਰੀਆਂ ਨੇ ਕਿਵੇਂ ਪਰਿਭਾਸ਼ਾਬੱਧ ਕੀਤਾ ਹੈ, ਜਾਂ ਵਿਉਤਪੱਤੀ ਤੋਂ ਉਹਨਾਂ ਦਾ ਕੀ ਭਾਵ ਹੈ। ਆਚਾਰੀਆ ਅਨੁਸਾਰ ਜੀਵਨ ਅਨੁਭਵ, ਛੰਦ, ਵਿਆਕਰਨ, ਨਿਰੁਕਤੀ, ਕੋਸ਼ ਕਲਾ, ਸ਼ਾਸਤਰਾਂ ਅਤੇ ਵੱਖ-ਵੱਖ ਵਿਦਿਆਵਾਂ ਦਾ ਅਧਿਐਨ, ਅਨੁਸ਼ੀਲਨ, ਮਹਾਕਵੀਆਂ ਦੇ ਗ੍ਰੰਥਾਂ ਦਾ ਵਾਰ-ਵਾਰ ਅਧਿਐਨ, ਨਿਰੀਖਣ ਅਤੇ ਚਿੰਤਨ ਮਨਨ ਅਤੇ ਇਤਿਹਾਸ ਆਦਿ ਦਾ ਗਿਆਨ ਹੀ ਵਿਉਤਪੱਤੀ ਹੈ। ਵਿਉਤਪੱਤੀ ਦਾ ਭਾਵ ਆਪਾਂ ਸੌਖੇ ਅਰਥਾਂ 'ਚ ਇਹ ਲੈ ਸਕਦੇ ਹਾਂ ਵੀ ਜੀਵਨ ਦੇ ਵਿੱਚ ਇਨਸਾਨ ਜੋ ਵੀ ਜੀਵਨ ਅਨੁਭਵ ਪ੍ਰਾਪਤ ਕਰਦਾ ਹੈ ਅਤੇ ਸਾਹਿਤ ਬਾਰੇ, ਜੋ ਵੀ ਛੰਦ ਬਾਰੇ, ਵਿਆਕਰਨ ਬਾਰੇ, ਭਾਸ਼ਾ ਬਾਰੇ, ਕੋਸ਼ ਬਾਰੇ ਵੱਖ-ਵੱਖ ਥਾਵਾਂ ਤੋਂ ਸਿੱਖਦਾ ਹੈ, ਪੁਰਾਣੇ ਗ੍ਰੰਥਾਂ ਜਾਂ ਕਿਤਾਬਾਂ ਦਾ ਜੋ ਅਧਿਐਨ ਕਰਦਾ, ਉਹਨਾਂ ਦਾ ਨਿਰੀਖਣ ਕਰਦਾ, ਉਹਨਾਂ ਦਾ ਵਿਸ਼ਲੇਸ਼ਣ ਕਰਦਾ, ਉਹਨਾਂ ਬਾਰੇ ਚਿੰਤਨ ਮਨਨ ਕਰਦਾ, ਉਹਨਾਂ ਬਾਰੇ ਗਿਆਨ ਪ੍ਰਾਪਤ ਕਰਦਾ, ਅਤੇ ਉਹ ਸਾਰਾ ਕੁਛ ਵਿਉਤਪੱਤੀ ਦੇ ਘੇਰੇ ਦੇ ਵਿੱਚ ਆ ਜਾਂਦਾ। ਅਤੇ ਆਚਾਰੀਆਂ ਨੇ ਕਿਹਾ ਵੀ ਲੋਕ ਅਤੇ ਸ਼ਾਸਤਰ, ਸ਼ਾਸਤਰ ਤੋਂ ਭਾਵ ਹੈ ਗਿਆਨ, ਵੀ ਲੋਕ ਅਤੇ ਸ਼ਾਸਤਰ, ਲੋਕ ਜੀਵਨ ਅਨੁਭਵ ਅਤੇ ਸ਼ਾਸਤਰ ਤੋਂ ਭਾਵ ਹੈ ਗਿਆਨ, ਵੀ ਇਹਨਾਂ ਦੀ ਕੋਈ ਸੀਮਾ ਨਹੀਂ। ਇਸ ਕਰਕੇ ਵਿਉਤਪੱਤੀ ਦੀ ਵੀ ਕੋਈ ਸੀਮਾ ਨਹੀਂ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇੰਨਾ ਕੁ ਅਨੁਭਵ ਹਾਸਲ ਕਰਨ ਤੋਂ ਬਾਅਦ ਤੁਸੀਂ ਸਾਹਿਤ ਰਚਨਾ ਕਰ ਸਕਦੇ ਹੋ, ਕਿਉਂਕਿ ਗਿਆਨ ਦੀ ਅਤੇ ਲੋਕ ਦੀ ਕੋਈ ਸੀਮਾ ਨਹੀਂ। ਇਸ ਕਰਕੇ ਵਿਉਤਪੱਤੀ ਦੀ ਕੋਈ ਵੀ ਸੀਮਾ ਨਹੀਂ। ਇਸ ਬਾਰੇ ਜਿੰਨਾ ਵੀ ਜਾਣਿਆ, ਸਮਝਿਆ ਜਾਂ ਪੜ੍ਹਿਆ ਜਾਵੇ ਉਹ ਘੱਟ ਹੀ ਹੁੰਦਾ ਹੈ। ਉਸ ਤੋਂ ਬਾਅਦ ਕਾਵਿ ਦੇ ਹੇਤੂਆਂ ਦੇ ਵਿੱਚ ਜੋ ਆਉਂਦਾ ਹੈ ਉਸ ਨੂੰ ਕਿਹਾ ਜਾਂਦਾ ਅਭਿਆਸ, ਜਾਂ ਆਪਾਂ ਪ੍ਰੈਕਟਿਸ ਕਹਿ ਸਕਦੇ ਹਾਂ ਅੰਗਰੇਜ਼ੀ ਦੇ ਵਿੱਚ, ਕੌਨਸਟੈਂਟ ਪ੍ਰੈਕਟਿਸ। ਅਤੇ ਅਭਿਆਸ ਬਾਰੇ ਆਚਾਰੀਆ ਮੰਮਟ ਦੇ ਸ਼ਬਦ ਹਨ, ਕਾਵਿ ਦੇ ਰਚਨ ਅਤੇ ਸਵਾਦ ਮਾਣਨ ਦਾ ਲਗਾਤਾਰ ਉਪਰਾਲਾ ਜਾਂ ਯਤਨ ਹੀ ਅਭਿਆਸ ਹੈ। ਮੰਮਟ ਅਨੁਸਾਰ ਪ੍ਰਤਿਭਾ ਬੁਨਿਆਦੀ ਹੈ, ਨਿਪੁੰਨਤਾ ਅਤੇ ਅਭਿਆਸ ਕੇਵਲ ਸਹਾਇਕ ਤੱਤ ਹਨ। ਅਤੇ ਅਭਿਆਸ ਦਾ ਭਾਵ ਹੈ ਬਾਰ-ਬਾਰ ਕਾਵਿ ਨੂੰ ਰਚਨਾ ਜਾਂ ਸਾਹਿਤ ਨੂੰ ਰਚਨਾ, ਅਤੇ ਬਾਰ-ਬਾਰ ਕਾਵਿ ਨੂੰ ਪੜ੍ਹਨਾ ਵੀ। ਦੋਨੋਂ ਹੀ ਤਰ੍ਹਾਂ ਦੇ ਪ੍ਰਕਿਰਿਆ ਜਦੋਂ ਨਾਲ-ਨਾਲ ਚੱਲਦੀ ਹੈ ਤਾਂ ਉਹੀ ਕਾਵਿ ਦਾ ਹੇਤੂ ਬਣਦਾ ਅੱਗੇ ਚੰਗੇਰਾ ਕਾਵਿ ਸਿਰਜਣ ਦਾ। ਮੰਮਟ ਨੇ ਅੱਗੇ ਲਿਖਿਆ ਕਿ ਕਾਵਿ ਰਚਨਾ ਕਰਨ ਦੀ ਸਿੱਖਿਆ ਪ੍ਰਾਪਤ ਕਰਨ ਦਾ ਚਾਹਵਾਨ ਕਵੀ ਕਾਵਿ ਦੇ ਮਰਮ ਜਾਣੂ ਵਿਦਵਾਨਾਂ, ਕਵੀਆਂ, ਕਾਵਿ ਆਲੋਚਕਾਂ, ਗੁਰੂਆਂ ਦੀ ਸੇਵਾ ਅਤੇ ਉਪਦੇਸ਼ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਉਹ ਕਾਵਿ ਵਿਸ਼ੇ ਦੇ ਅਨੁਕੂਲ ਸ਼ਬਦ ਅਤੇ ਅਰਥ ਦੀ ਯੋਜਨਾ ਕਰਕੇ ਕਾਵਿ ਰਚਨਾ ਕਰੇ, ਅਤੇ ਇਸ ਪ੍ਰਕਿਰਿਆ ਨੂੰ ਵਾਰ-ਵਾਰ ਕਰਨਾ ਹੀ ਅਭਿਆਸ ਹੈ। ਭਾਵ ਉਹ ਇਸ ਖਿੱਤੇ ਦੇ ਜਾਂ ਇਸ ਫੀਲਡ ਦੇ, ਇਸ ਖੇਤਰ ਦੇ ਲੋਕਾਂ ਬਾਰੇ, ਗੁਰੂਆਂ ਬਾਰੇ ਜਾਣੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰੇ, ਉਹਨਾਂ ਦੇ ਸਿੱਖੇ, ਅਤੇ ਉਸ ਤੋਂ ਬਾਅਦ ਸਿੱਖੇ ਹੋਏ ਨੂੰ ਵਾਰ-ਵਾਰ ਲਿਖੇ, ਸ਼ਬਦ ਅਤੇ ਅਰਥ ਦੀ ਯੋਜਨਾ ਕਰੇ, ਅਤੇ ਇਸ ਪ੍ਰਕਿਰਿਆ ਨੂੰ ਵਾਰ-ਵਾਰ ਕਰੇ। ਅਤੇ ਇਸ ਪ੍ਰਕਿਰਿਆ ਨੂੰ ਜਦੋਂ ਵਾਰ-ਵਾਰ ਕਰੇਗਾ ਤਾਂ ਇਸ ਨੂੰ ਉਹਨਾਂ ਨੇ ਅਭਿਆਸ ਕਿਰਿਆ ਹੈ। ਜਿਵੇਂ ਕਿ ਤੁਹਾਨੂੰ ਇਸ ਬਾਰੇ ਪਹਿਲਾਂ ਹੀ ਪੜ੍ਹ ਦਿੱਤਾ ਗਿਆ ਵੀ ਕਾਵਿ ਰਚਨਾ ਕਰਨ ਦੀ ਸਿੱਖਿਆ ਪ੍ਰਾਪਤ ਕਰਨ ਦਾ ਚਾਹਵਾਨ ਕਵੀ ਕਾਵਿ ਦੇ ਮਰਮ ਜਾਣੂ ਵਿਦਵਾਨਾਂ, ਕਵੀਆਂ, ਕਾਵਿ ਆਲੋਚਕਾਂ, ਗੁਰੂਆਂ ਦੀ ਸੇਵਾ ਅਤੇ ਉਪਦੇਸ਼ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਉਹ ਕਾਵਿ ਵਿਸ਼ੇ ਦੇ ਅਨੁਕੂਲਨ ਸ਼ਬਦ ਅਤੇ ਅਰਥ ਦੀ ਯੋਜਨਾ ਕਰਕੇ ਕਾਵਿ ਰਚਨਾ ਕਰੇ, ਅਤੇ ਇਸ ਕਿਰਿਆ ਨੂੰ ਵਾਰ-ਵਾਰ ਕਰਨਾ ਹੀ ਅਭਿਆਸ ਹੈ। ਇਸ ਤੋਂ ਬਾਅਦ ਆਚਾਰੀਆ ਰਾਜਸ਼ੇਖਰ ਅਨੁਸਾਰ ਅਭਿਆਸ ਲਈ ਕਵੀ ਵਿੱਚ ਇਹ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਨੇ। ਅਤੇ ਪਹਿਲੀ ਉਹਨਾਂ ਨੇ ਵਿਸ਼ੇਸ਼ਤਾ ਦੱਸੀ ਉੱਤਮ ਸਿਹਤ, ਫਿਰ ਪ੍ਰਤਿਭਾ, ਅਭਿਆਸ, ਗੁਰੂਆਂ ਦੇ ਪ੍ਰਤੀ ਆਦਰ, ਵਿਦਵਾਨਾਂ ਨਾਲ ਵਿਚਾਰ ਵਟਾਂਦਰਾ, ਗਹਿਰਾ ਅਧਿਐਨ, ਚੰਗੀ ਯਾਦ ਸ਼ਕਤੀ ਅਤੇ ਚਿੱਤ ਪ੍ਰਸੰਨਤਾ। ਇਹ ਜੇ ਖੂਬੀਆਂ ਕਿਸੇ ਰਚੇਤਾ ਦੇ ਵਿੱਚ ਜਾਂ ਸਾਹਿਤਕਾਰ ਦੇ ਵਿੱਚ ਜਾਂ ਕਵੀ ਦੇ ਵਿੱਚ ਹੋਣਗੀਆਂ ਤਾਂ ਹੀ ਉਹ ਉੱਤਮ ਸਾਹਿਤ ਦੀ ਰਚਨਾ ਕਰ ਸਕਦਾ।
ਇਸ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਪ੍ਰਤਿਭਾ ਕੀ ਹੈ, ਵੀ ਨਵਾਂ ਉਨਮੇਸ਼ ਜਾਂ ਚਾਨਣ ਕਰਨ ਵਾਲੀ ਪ੍ਰਗਿਆ ਬੁੱਧੀ ਹੀ ਪ੍ਰਤਿਭਾ ਹੈ। ਤੇ ਅੰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਤਿਭਾ, ਵਿਉਤਪਤੀ ਤੇ ਅਭਿਆਸ ਤਿੰਨੋਂ ਕਾਵਿ ਦੇ ਹੇਤੂ ਹਨ। ਸ਼੍ਰੇਸ਼ਟ ਕਾਵਿ ਦੀ ਰਚਨਾ ਲਈ ਕਵੀ ਕੋਲੇ ਤਿੰਨੋਂ ਗੁਣ ਹੋਣੇ ਚਾਹੀਦੇ ਹਨ। ਇਹ ਤਿੰਨੋਂ ਸਮੂਹਕ ਰੂਪ ਵਿੱਚ ਕਾਵਿ ਰਚਨਾ ਦਾ ਕਾਰਨ ਬਣਦੇ ਹਨ। ਤੇ ਪ੍ਰਤਿਭਾ ਇਹਨਾਂ ਦੇ ਵਿੱਚੋਂ ਆਚਾਰੀਆਂ ਨੇ ਪ੍ਰਮੁੱਖ ਤੱਤ ਮੰਨਿਆ ਹੈ। ਪ੍ਰਤਿਭਾ, ਵਿਉਤਪਤੀ ਤੇ ਅਭਿਆਸ ਤਿੰਨੋਂ ਕਾਵਿ ਦੇ ਪ੍ਰਮੁੱਖ ਹੇਤੂ ਹਨ। ਇਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਘਾਟ ਨਾਲ ਕਵੀ ਦੀ ਕਾਵਿ ਕ੍ਰਿਤ ਸ਼੍ਰੇਸ਼ਟਤਾ ਨਹੀਂ ਪ੍ਰਾਪਤ ਕਰ ਸਕਦੀ। ਵੀ ਜੇਕਰ ਸ਼੍ਰੇਸ਼ਟ ਕਾਵਿ ਦੀ ਰਚਨਾ ਕਰਨੀ ਹੈ ਜਾਂ ਸ਼੍ਰੇਸ਼ਟ ਸਾਹਿਤ ਦੀ ਰਚਨਾ ਕਰਨੀ ਹੈ ਤਾਂ ਇਹ ਤਿੰਨੋਂ ਗੁਣ ਨੇ ਜਾਂ ਤਿੰਨੋਂ ਘਾਲਣਾਵਾਂ ਨੇ, ਕਵੀ ਨੂੰ ਘਾਲਣੀਆਂ ਪੈਣਗੀਆਂ। ਇਸ ਦੇ ਬਾਰੇ ਅਸੀਂ ਅੰਤ 'ਚ ਮੰਮਟ ਦੇ ਇਹਨਾਂ ਸ਼ਬਦਾਂ ਨਾਲ ਆਪਣੇ ਵਿਖਿਆਨ ਦਾ ਅੰਤ ਕਰਦੇ ਹਾਂ। ਮੰਮਟ ਨੇ ਕਿਹਾ ਹੈ ਕਿ ਸ਼ਕਤੀ, ਨਿਪੁੰਨਤਾ ਉਹ ਵਿਉਤਪਤੀ ਨੂੰ ਕਹਿੰਦੇ ਆ, ਸ਼ਕਤੀ, ਨਿਪੁੰਨਤਾ ਅਤੇ ਅਭਿਆਸ ਤਿੰਨੋਂ ਮਿਲ ਕੇ ਸਮੂਹਕ ਰੂਪ 'ਚ ਕਾਵਿ ਦੀ ਰਚਨਾ ਅਤੇ ਉਤਕਰਸ਼ ਦਾ ਕਾਰਨ ਹਨ। ਧੰਨਵਾਦ।